हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਅੱਜ ਦੀ ਕਲਾਸ ਸਾਡੀ ਹੈਗੀ ਆ ਬਹੁਤ ਹੀ ਜ਼ਿਆਦਾ ਇੰਟਰਸਟਿੰਗ, ਕਿਉਂਕਿ ਅੱਜ ਤੋਂ ਆਪਾਂ ਸਟਾਰਟ ਕਰਨ ਜਾ ਰਹੇ ਆ NCERT ਪਲੱਸ ਪੰਜਾਬ ਬੋਰਡ ਦੀਆਂ ਜਿਹੜੀਆਂ ਬੁੱਕਸ ਇਹਨਾਂ ਦੀ ਆਪਾਂ ਰੀਡਿੰਗ ਕਰਾਂਗੇ। ਪੰਜਾਬ ਬੋਰਡ ਦੀ ਬੁੱਕ ਮੈਂ ਨਾਲ ਰੱਖੀ ਆ ਕਿਉਂਕਿ YouTube ਤੇ ਇੱਕੋ ਇੱਕ ਚੈਨਲ ਆ ਹੋਊਗਾ, ਉਹ ਸਿਰਫ ਮੇਰਾ ਹੋਊਗਾ, ਜਿਹੜਾ ਕਿ ਤੁਹਾਨੂੰ ਪਰਫੈਕਟ SST ਦੇ ਟੀਚਰ ਬਣਾਊਗਾ। ਵੀ ਹਾਂ, ਐਜ਼ ਆ ਪ੍ਰੋਫੈਸ਼ਨਲ SST ਦੇ ਟੀਚਰ ਬਣਨਾ ਅਲੱਗ ਗੱਲ, ਪਰ ਇੱਕ ਕਹਿ ਲਓ ਵੀ ਐਜ਼ ਆ ਪੈਸ਼ਨ SST ਦਾ ਟੀਚਰ ਬਣਨਾ ਇੱਕ ਡਿਫਰੈਂਟ ਜਿਹਾ ਕੰਮ ਹੋ ਜਾਂਦਾ ਵਾ, ਕਿਉਂਕਿ ਆਪਾਂ ਨੂੰ ਐਨਾਲਿਸਿਸ ਕਰਕੇ ਪੜ੍ਹਨਾ ਚਾਹੀਦਾ। ਸਭ ਤੋਂ ਪਹਿਲਾਂ ਤੇ ਆਪਾਂ ਕਰਦੇ ਰਹਿੰਦੇ ਪੰਜਾਬ ਬੋਰਡ NCERT ਪੰਜਾਬ ਬੋਰਡ, ਤੇ ਆਪਾਂ ਨੂੰ ਵਾਕਿਆ ਵੇਖਣਾ ਚਾਹੀਦਾ ਵੀ ਇਹਨਾਂ ਦੇ ਵਿੱਚ ਫਰਕ ਕੀ ਹੈਗਾ। ਇੱਕ ਤਾਂ ਨਾਲ ਦੀ ਨਾਲ ਆਪਣੀ ਤਿਆਰੀ ਹੁੰਦੀ ਜਾਊਗੀ, ਠੀਕ ਆ, ਤੇ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗਦਾ ਜਾਊ ਕਿ ਆਖਰ ਸੈਂਟਰ ਲੈਵਲ ਦਾ ਐਜੂਕੇਸ਼ਨ ਸਿਸਟਮ ਕਿਸ ਤਰੀਕੇ ਦਾ ਵਾ ਤੇ ਪੰਜਾਬ ਬੋਰਡ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਕਿਸ ਤਰੀਕੇ ਨਾਲ ਕੰਮ ਕਰਦਾ। ਠੀਕ ਆ, ਤੇ ਬਿਲਕੁਲ ਆਪਾਂ ਦੇਖਾਂਗੇ ਜੋ ਹੋਊਗੀ ਸੱਚਾਈ ਹੋਊਗੀ ਤੁਹਾਡੇ ਸਾਹਮਣੇ। ਤੇ ਜੇਕਰ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਤੇ ਤੁਸੀਂ ਜ਼ਰੂਰ ਠੀਕ ਆ ਕਮੈਂਟ ਕਰਨੇ ਆ। ਠੀਕ ਆ, ਤੇ ਸਭ ਤੋਂ ਪਹਿਲਾਂ ਤੇ ਮੈਂ ਦੇਖੂੰਗੀ ਵੀ ਦੇਖੋ ਆ ਜਿਹੜੀ ਜੀਓਗ੍ਰਾਫੀ ਦੀ ਬੁੱਕ ਆ, ਇੱਕ ਮੈਂ ਤੁਹਾਨੂੰ ਦੱਸਦਾ ਵੀ 6ਵੀਂ ਕਲਾਸ ਦੀ ਜਿਹੜੀ ਜੀਓਗ੍ਰਾਫੀ NCERT ਦੇ ਅਕੋਰਡਿੰਗ ਮੈਂ ਪੂਰੀ ਕੰਪਲੀਟ ਕਰਵਾ ਚੁੱਕੀ ਆ। ਤੇ ਉਹਦੇ ਜਿਹੜੇ MCQ ਉਹ ਮੈਂ ਟੈਲੀਗ੍ਰਾਮ ਤੇ ਸੈਂਡ ਕਰਦੀ ਹੁੰਦੀ ਆ, ਕਿਉਂਕਿ ਮੇਰੇ ਕੋਲ ਕੋਈ ਵੀ ਡਿਜੀਟਲ ਸਕਰੀਨ ਦੀ ਫੈਸਿਲਿਟੀ ਨਹੀਂ ਹੈਗੀ, ਤੇ ਉਹਦਾ ਕਰਕੇ ਜਿਹੜਾ ਵਾ ਮੈਂ ਮਤਲਬ ਕਲਾਸ ਦੇ ਵਿੱਚ ਮੈਂ MCQ ਨਹੀਂ ਕਰਾਉਂਦੀ, ਮੈਂ ਥਿਊਰੀ ਕਰਵਾ ਦਿੰਦੀ ਆ। ਤੇ ਪਰ ਜਿਹੜੇ MCQ ਮੈਂ ਬਣਾਉਣੀ ਆ ਉਹ MCQ ਜਿਹੜੇ ਆ ਮੈਂ ਟੈਲੀਗ੍ਰਾਮ ਤੇ ਸੈਂਡ ਕਰ ਦਿੰਦੀ। ਜਿਹੜੇ ਬੱਚੇ ਮੇਰੇ ਕੋਲ ਥਿਊਰੀ ਪੜ੍ਹਦੇ ਆ ਤੇ ਉਹ ਟੈਲੀਗ੍ਰਾਮ ਤੋਂ MCQ ਦੀ ਆਪਣੀ ਪ੍ਰੈਪਰੇਸ਼ਨ ਕਰ ਲੈਂਦੇ ਆ। ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ, ਜਲਦੀ ਜੁਆਇਨ ਕਰ ਲਵੋ। ਤੇ ਆਪਾਂ ਵੱਧਦੇ ਆਪਣੇ ਟੌਪਿਕ ਵੱਲ। ਟੌਪਿਕ ਸਾਡਾ ਕੀ ਆ? ਸਾਡਾ ਟੌਪਿਕ ਆ ਕਿ ਆਪਾਂ 7ਵੀਂ ਕਲਾਸ ਦੀ ਜੀਓਗ੍ਰਾਫੀ ਜਿਹੜੀ ਆ ਸਟਾਰਟ ਕੀਤੀ ਆ। ਠੀਕ ਆ, 7ਵੀਂ ਕਲਾਸ ਦੀ ਜੀਓਗ੍ਰਾਫੀ ਜਦੋਂ ਆਪਾਂ ਸਟਾਰਟ ਕਰਨੀ ਆ, ਸਭ ਤੋਂ ਪਹਿਲਾਂ ਆਪਾਂ ਬੁੱਕ ਬਾਰੇ ਦੇਖਾਂਗੇ। ਮੈਨੂੰ ਤੇ ਬੁੱਕ ਲੱਗੀ ਬਹੁਤ ਹੀ ਸੋਹਣੀ, ਦੇਖੋ ਹਨਾ ਕਿੰਨੀ ਸੋਹਣੀ ਬੁੱਕ ਆ ਜੀਓਗ੍ਰਾਫੀ ਦੀ। ਆ ਬੈਕ ਸਾਈਡ ਵੀ ਮੈਨੂੰ ਬਹੁਤ ਵਧੀਆ ਲੱਗੀ ਹਨਾ। ਤੇ ਆ ਦੇਖੋ, ਠੀਕ ਆ, ਕਹਿਣ ਨੂੰ ਤਾਂ ਚਲੋ ਹਿੰਦੀ ਮੀਡੀਅਮ ਆ ਹਨਾ, ਤੇ ਆਪਾਂ ਪੰਜਾਬੀ, ਆਪਾਂ ਨੂੰ ਪੰਜਾਬ ਨਾਲ ਪਿਆਰ ਹੈ, ਪੰਜਾਬੀ ਭਾਸ਼ਾ ਨਾਲ ਪਿਆਰ ਆ, ਪਰ ਕਿਤੇ ਕਿਤੇ ਸਾਨੂੰ ਉਹ ਕੰਟੈਂਟ ਨਹੀਂ ਮਿਲਦਾ ਜਿਹੜਾ ਸਾਨੂੰ ਚਾਹੀਦਾ, ਉਹ ਤੇ ਸਾਨੂੰ ਮਜਬੂਰੀ 'ਚ ਪੜ੍ਹਨਾ ਪੈਂਦਾ ਹਨਾ। ਤੇ ਦੇਖੋ, ਇੱਕ ਮੈਂ ਵੀਡੀਓ ਅਲੱਗ ਤੋਂ ਲੈ ਕੇ ਆਊਂਗੀ, ਉਹ ਤੁਹਾਡੇ ਲਈ ਸਰਪ੍ਰਾਈਜ਼ ਆ। NCERT ਦੇ ਵਿੱਚ ਇੱਕ ਐਦਾਂ ਦੀ ਚੀਜ਼ ਛੁਪੀ ਆ ਜਿਹਦੇ ਬਾਰੇ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ। ਉਹ ਮੈਂ ਸਰਪ੍ਰਾਈਜ਼ ਹੀ ਰੱਖੂੰਗੀ ਤੁਹਾਡੇ ਵਾਸਤੇ, ਉਹ ਮੈਂ ਵੀਡੀਓ ਬਾਅਦ ਵਿੱਚ ਲੈ ਕੇ ਆਊਂਗੀ। ਚਲੋ ਆਪਾਂ ਚੱਲਦੇ ਹਾਂ ਵੀ ਇਹ ਸਿਰਫ ਜੀਓਗ੍ਰਾਫੀ ਦਾ ਪੋਰਸ਼ਨ ਆ। ਦੇਖੋ ਕਿੰਨੀ ਪਤਲੀ ਜੀ ਬੁੱਕ ਆ, ਕਿਉਂਕਿ ਇਹਨਾਂ ਨੇ ਤਿੰਨੋਂ ਸਬਜੈਕਟ ਜਿਹੜੇ ਇੱਕ ਬੁੱਕ ਤੇ ਨਹੀਂ ਦਿੱਤੇ, ਇਸ ਬੁੱਕ ਤੇ ਸਿਰਫ ਇਹਨਾਂ ਨੇ ਜੀਓਗ੍ਰਾਫੀ ਦਿੱਤੀ ਆ। ਹਾਂ, ਦੇਖ ਕੇ ਵੀ ਬੱਚਾ ਮਤਲਬ ਬੱਚੇ ਨੂੰ ਹੁੰਦਾ ਕਿ ਬੱਚੇ ਦੇ ਲੈਵਲ ਦੇ ਅਕੋਰਡਿੰਗ, ਕਿਉਂਕਿ ਆਪਣੇ ਲੈਵਲ ਦੀ ਨਹੀਂ ਆ ਇਹ ਹੈਗੀ, ਤਾਂ ਇਹ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਹੀ ਬੁੱਕ ਆ। ਉਹਨਾਂ ਨੇ ਬੱਚੇ ਦੇ ਲੈਵਲ ਦੇ ਅਕੋਰਡਿੰਗ ਬੁੱਕ ਬਣਾਈ ਆ। ਦੇਖੋ ਕਿੰਨੀ ਦੇਖਣ 'ਚ ਵੀ ਬਹੁਤ ਹੌਲੀ, ਬੱਚੇ ਵਾਸਤੇ ਚੁੱਕਣੀ ਸੌਖੀ ਆ। ਤੇ ਜੇ ਗੱਲ ਕਰੀਏ ਆਪਾਂ ਇਹਦੇ ਇੰਡੈਕਸ ਦੀ ਜਾਂ ਚੈਪਟਰ ਦੀ, ਤਾਂ ਬੱਚਾ ਵੇਖ ਕੇ ਵੀ ਕਹਿ ਲਓ ਵੀ ਬੱਚੇ ਦੇ ਬੋਝ ਜਿਹਾ ਨਹੀਂ ਪੈਂਦਾ ਹਨਾ। ਤੇ ਇਹਨਾਂ ਨਾ ਪੰਜਾਬ ਐਜੂਕੇਸ਼ਨ ਦੀ ਬੁੱਕ ਵੇਖ ਲਓ, ਪੰਜਾਬ ਬੋਰਡ ਦੀ, ਇਹਨਾਂ ਨੇ ਤਿੰਨੇ ਸਬਜੈਕਟ ਇੱਕੇ ਬੁੱਕ ਤੇ ਦੇ ਤੇ ਬੁੱਕ ਦਾ ਭਾਰ ਵੇਖੋ ਕਿੰਨਾ ਜ਼ਿਆਦਾ। ਤਾਂ ਹੀ ਤਾਂ ਸਾਡੇ ਪੰਜਾਬ ਦੇ ਬੱਚਿਆਂ ਦਾ ਬੁਰਾ ਹਾਲ ਆ, ਤੇ ਜਿਹੜੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਬੱਚੇ ਆ ਉਹ ਤਰੱਕੀ ਕਰ ਜਾਂਦੇ। ਇਹ ਸਿਸਟਮ ਆ। ਅੱਜ ਭਾਵੇਂ ਕਿੰਨਾ ਵੀ ਕੋਈ ਕਵੀ ਜਾਵੇ ਨਾ, ਮੈਂ ਕਿਸੇ ਵੀ ਸਰਕਾਰ ਦੀ ਸਿਫਤ ਨਹੀਂ ਕਰਦੀ, ਠੀਕ ਆ। ਜਿਹੜਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਆ, ਇਹ ਨਾ ਤਾਂ ਅੱਜ ਤੱਕ ਕਦੀ ਸੁਧਰਿਆ ਆ ਤੇ ਨਾ ਹੀ ਇਹਨਾਂ ਨੇ ਸੁਧਾਰਨਾ ਆ। ਠੀਕ ਆ, ਜ਼ਮੀਨ ਅਜੇ ਤਾਂ ਮੈਂ ਸਿਰਫ ਬਾਹਰਲੀ ਸਾਈਡ ਦੀ ਗੱਲ ਕਰ ਰਹੀ ਹਾਂ, ਇਹਨਾਂ ਦੇ ਕੰਟੈਂਟ ਦੀ ਗੱਲ ਨਹੀਂ ਮੈਂ ਅਜੇ ਕੀਤੀ। ਅਜੇ ਇਹਨਾਂ ਦੀ ਆਪਾਂ ਮਤਲਬ ਬਾਹਰੀ ਜਿਹੜਾ ਇਹਨਾਂ ਦਾ ਢੰਗ ਤਰੀਕਾ ਉਹ ਮੈਂ ਚੈੱਕ ਕਰ ਰਹੀ ਹਾਂ। ਜੇ ਉਹ ਮੈਂ ਤੁਹਾਨੂੰ ਦੱਸਿਆ ਤੇ ਅੱਗੋਂ ਤੁਸੀਂ ਜਦੋਂ ਪੜ੍ਹੋਗੇ ਨਾ ਚੈਪਟਰ ਮੇਰੇ ਨਾਲ ਦੋਨੋਂ, ਇਸ ਬੁੱਕ ਦੇ ਵਿੱਚੋਂ ਵੀ ਤੇ ਇਸ ਬੁੱਕ ਦੇ ਵਿੱਚੋਂ ਵੀ, ਤੁਹਾਨੂੰ ਪਤਾ ਲੱਗੂ ਵੀ ਹਾਂ ਸਾਡਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਵਾ ਕਿੰਨਾ ਮਾੜਾ ਵਾ। ਦੇਖੋ ਸਭ ਤੋਂ ਪਹਿਲਾਂ ਤੇ ਆਪਣਾ ਫੋਕਸ ਕੀ ਹੈਗਾ ਵਾ NCERT, ਕਿਉਂਕਿ ਆਪਾਂ PSET ਕਲੀਅਰ ਕਰਨਾ ਵਾ ਤੇ CTET ਵਾਲੇ ਬੱਚਿਆਂ ਲਈ ਤੇ ਹੈਲਪਫੁਲ ਹੈਗੀ ਆ। ਠੀਕ ਆ, ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੇ ਚੈਪਟਰਾਂ ਦੀ। ਠੀਕ ਆ, ਇਹਦੇ ਜਿਹੜੇ ਚੈਪਟਰ ਆ ਨਾ, ਠੀਕ ਆ, ਇਹ ਜਿਹੜੀ ਬੁੱਕ ਆ
ਇਹਦੇ ਵਿੱਚ ਪਹਿਲਾਂ COVID-19 ਤੋਂ ਪਹਿਲਾਂ ਟੋਟਲ 10 ਚੈਪਟਰ ਸੀ। ਜਦੋਂ ਕਰੋਨਾ ਦਾ ਰੌਲਾ ਜਿਹਾ ਪੈ ਗਿਆ ਹਨਾ, ਲੋਕਡਾਊਨ ਲੱਗ ਗਿਆ, ਫਿਰ ਇਹਨਾਂ ਨੇ 2 ਚੈਪਟਰ ਕਢਾ ਤੇ 8 ਰਹਿ ਗਏ ਸੀ। ਪਰ ਮੈਂ ਬੁੱਕ ਪੁਰਾਣੀ ਹੀ ਖਰੀਦੀ, ਨਵੀਂ ਨਹੀਂ ਖਰੀਦੀ। ਆਪਣੇ ਕੋ ਪੂਰੇ ਚੈਪਟਰ ਹੀ ਕੰਪਲੀਟ ਆ। ਠੀਕ ਆ, ਪਹਿਲਾ ਚੈਪਟਰ ਹੈਗਾ ਵਾ ਪਰਿਆਵਰਣ। ਪਰਿਆਵਰਣ ਦਾ ਮਤਲਬ ਕੀ ਹੁੰਦਾ ਵਾ, ਜਾਨੀ ਵਾਤਾਵਰਨ। ਠੀਕ ਆ, ਪੜ੍ਹਦੇ ਹਾਂ ਆਪਾਂ ਚੈਪਟਰ। ਇੰਨਾ ਕੁ ਜ਼ਿਆਦਾ ਇੰਟਰਸਟਿੰਗ ਆ ਨਾ, NCERT ਬਹੁਤ ਜ਼ਿਆਦਾ ਇੰਟਰਸਟਿੰਗ ਆ सच्ची। पढ़ के देखो, तुसी बुक मंगवा के देखियो। देखो, लंबी छुट्टियों के बाद जब रवि स्कूल जा रहा था तब उसने देखा कि उसके स्कूल के निकट के खेल के मैदान में खुदाई हो गई थी। जानी कि जिहड़ा वो खेड दा मैदान ही उत्थे सारा कुछ पुड़ दिता सी, खुदाई हो चुकी सी। ठीक है, वही एक मैदान उनके खेलने के लिए वहां पर था। लोगों ने बताया कि वहां अनेक फ्लैटों वाली एक बड़ी इमारत बनेगी। यानी कि जो भी पेड़ पौधे ही, फुल वगैरह जो भी सारा कुछ उन्होंने उथों पट दिता सी ते कहा जांदा सी कि उस जिहड़ी जिथे जिहड़ा की नाम बच्चे दा, रवि दा जिहड़ा स्कूल सी, कि छुट्टियां तो बाद जदों यानी कि समर तो बाद जदों जांदा वा हना, समर कट के ते उस तो बाद वो जाके देखता वा कि जिहड़ी ग्राउंड स्कूल दी जिहड़ी ग्राउंड दे विच खेडदे हुंदे सी, उत्थे सब कुछ पुड़ दिता सी ते उत्थे इमारत बन जा रही सी। जब रवि को समझ में आया कि मुलायम घास, गेंदे के फूल एवं तितलियों वाला विशाल मैदान अब हमेशा के लिए नष्ट हो चुका है, तो उसकी आंखों से आंसू छलकने लगे। उसने यह बात अपने सहपाठियों को बताई। सुबह की सभा में प्रधानाचार्य ने भी बहुत उदासी से कहा, देखो कैसे हमारा पर्यावरण बदल रहा है। यानी कि जिहड़ा प्रिंसीपल सी उन्हें दस्सिया कि सवेर दी सभा दे विच कि देखो जिहड़ा साडा वातावरण है किस तरीके दे नाल बदल रहा है। कक्षा में पहुंचकर रवि ने अपने शिक्षक से पूछा, यानी कि क्लास दे विच जाके उन्हें अपने अध्यापक तो पूछा पर्यावरण क्या है, यानी कि वातावरण की है। जो कुछ भी आप अपने आस पास देखते हो, शिक्षक ने बताया। अध्यापक की कहंदा आ, अध्यापक कहंदा भी जो कुछ भी तुसी आस पास देखदे हो सारा कुछ की आ, वो साडा वातावरण आ। रवि कहने लगा, इसका अर्थ है स्कूल भवन, मेज, कक्षा में रखी कुर्सियां, यहाँ तक कि खुला मैदान, सड़क, कूड़ा करकट, मेरे दोस्त, ये सभी हमारे पर्यावरण के अंग हैं। ठीक है, ये कौन कहंदा वा, ये कहंदा वा रवि कहंदा वा अपने अध्यापक नूं, कहंदा कि इहदा मतलब यह है भी स्कूल हो गया, मेज, मेरी क्लास, ये कुर्सियां, ये खेड दे मैदान, ये सड़क, कूड़ा करकट, मेरे दोस्त, कहंदा ये सारा कुछ ही वातावरण दा ही अंग आ। ते अध्यापक की कहंदा, अध्यापक कहंदा हाँ। शिक्षक ने कहा, लेकिन जरा रुको, कुछ वस्तुओं का निर्माण प्रकृति ने किया है। यानी कि अध्यापक कहंदी है भी रोक, वो कहंदी भी मैं तैनूं दसदी आ भी ਜਿਹੜੀਆਂ ਕੁਝ ਚੀਜ਼ਾਂ, ਕੁਝ ਵਸਤੂਆਂ ਜਿਹੜਾ ਵਾ ਉਹਨਾਂ ਦਾ ਨਿਰਮਾਣ ਕਿਹਨੇ ਕੀਤਾ ਵਾ, ਕੁਦਰਤ ਨੇ ਕੀਤਾ ਵਾ। ਪ੍ਰਕਿਰਤੀ यानी कुदरत। ठीक है, जैसे पर्वत, नदियां, पेड़, प्राणी, जबकि अन्य का निर्माण मानव ने किया है, जैसे सड़क, कार, कपड़े, किताब आदि। देखो, ठीक है, रवि नूं दी टीचर कहंदे आ कि जिद्दां पर्वत हो गए, नदियां हो गए, ठीक है, रुख हो गए, मनुख हो गए, ठीक है, इहदा सारा निर्माण किहने कीता, कुदरत ने कीता वा। ਤੇ ਫਿਰ ਉਹ ਕਹਿੰਦੀ ਹੈ ਕਿ ਜਿਵੇਂ ਸੜਕ ਹੋ ਗਈ, ਕਾਰ, ਕੱਪੜੇ, ਕਿਤਾਬਾਂ, ਇਹ ਸਾਰਾ ਕੁਝ ਕਿੰਨੇ ਬਣਾਇਆ ਵਾ, ਮਨੁੱਖ ਨੇ ਬਣਾਇਆ ਵਾ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਆਪਾਂ ਕੁਦਰਤ ਦਾ ਬਣਾਇਆ ਹੋਇਆ ਨਹੀਂ ਕਹਿ ਸਕਦੇ, ਯਾਨੀ ਕਿ ਕੁਝ ਚੀਜ਼ਾਂ ਜਿਹੜੀਆਂ ਵਾ ਮਨੁੱਖ ਦੁਆਰਾ ਵੀ ਬਣਾਈਆਂ ਗਈਆਂ ਵਾ। ठीक है, अब दो छात्र मिलकर कार्य कीजिए, अपने निकट बैठे सहपाठी के साथ मिलकर प्रकृति एवं मानव द्वारा निर्मित वस्तुओं की सूची बनाइए। हाँ, अध्यापक की कहंदी आ भी तुसी दो स्टूडेंट जिहड़े दो विद्यार्थी तुसी जिहड़ा वा इकट्ठिਆਂ ने कार्य करना, दो यानी कि तुसी अपनियां जोड़ियां बना लो ते तुसी एक दूजे दे जिहड़े आ नाल बैठ जाना वा। सहपाठी कौन हुंदे आ, क्लासमेट। ठीक है, ਤੇ ਤੁਸੀਂ ਕੀ ਕਰਨਾ ਵਾ ਕਿ ਮਾਨਵ ਦੁਆਰਾ ਤੇ ਪ੍ਰਕਿਰਤੀ ਦੁਆਰਾ, ਯਾਨੀ ਕਿ ਮਨੁੱਖ ਦੁਆਰਾ ਤੇ ਕੁਦਰਤ ਦੁਆਰਾ ਜੋ ਵੀ ਚੀਜ਼ਾਂ ਬਣਾਈਆਂ ਉਹਨਾਂ ਦੀ ਤੁਸੀਂ ਅਲੱਗ-ਅਲੱਗ ਸੂਚੀ ਤਿਆਰ ਕਰਨੀ। ਯਾਨੀ ਕਿ ਆਹ ਵੇਖੋ ਇਹਨਾਂ ਨੇ ਗਰੁੱਪ ਬਣਾ ਲਏ ਆਪਣੇ। ਠੀਕ ਹੈ, रवि, परमजीत, जैस्मी, मुस्तफा, आशा, ये किन्ना दे नाम आ, ये बच्चों के नाम आ। ठीक है, रवि, परमजीत, जैस्मी, मुस्तफा, आशा सभी यह सूची बनाने के लिए उत्सुक थे। इकबाल ने पूछा, हमारा पर्यावरण क्यों बदल रहा है? शिक्षक ने उत्तर दिया, ऐसा हमारी जरूरतों के कारण होता है, यह दिन प्रतिदिन बढ़ती रहती है। ठीक है, ये कहंदे आ
ਕਿ ਮਤਲਬ ਇਹ ਜਿਹੜੇ ਬੱਚਿਆਂ ਦੇ ਮੈਂ ਨਾਮ ਬੋਲੇ ਆ, ਇਹ ਬੱਚੇ ਉਤਸੁਕ ਸੀ ਕਾਹਦੇ ਵਾਸਤੇ, ਮਤਲਬ ਕਿ ਵਾਤਾਵਰਨ ਦੇ ਬਾਰੇ ਹੋਰ ਜਾਣਨ ਦੇ ਵਿੱਚ ਉਤਸੁਕ ਸੀਗੇ, ਯਾਨੀ ਕਿ ਕਿਉਰਿਓਸਿਟੀ ਬਣ ਗਈ ਸੀ ਇਹਨਾਂ ਦੇ ਵਿੱਚ। ਠੀਕ ਆ, ਤੇ ਅਧਿਆਪਕ ਕਹਿੰਦਾ ਵਾ ਕਿ ਸਾਡਾ ਵਾਤਾਵਰਨ ਜਿਹੜਾ ਵਾ ਕਿਉਂ ਬਦਲ ਰਿਹਾ ਵਾ, ਕਿਉਂਕਿ ਸਾਡੀਆਂ ਜ਼ਰੂਰਤਾਂ ਵੀ ਬਦਲ ਰਹੀਆਂ ਵਾ, ਦਿਨ ਪ੍ਰਤੀ ਦਿਨ ਆਏ ਦਿਨ ਹੀ ਸਾਡੀਆਂ ਜ਼ਰੂਰਤਾਂ ਬਦਲਦੀਆਂ ਜਾਂਦੀਆਂ ਵਾ। ਠੀਕ ਆ, ਤੇ ਆ ਚੀਜ਼ ਜਿਹੜੀ ਆਪਣੇ ਲਈ ਵੀ ਪੜ੍ਹਨੀ ਬਹੁਤ ਜ਼ਰੂਰੀ ਆ। पर्यावरण हमारे जीवन का मूल आधार है, यानी कि वातावरण साडे जीवन का मूल आधार आ। यह हमें सांस लेने के लिए हवा, पीने के लिए जल, खाने के लिए भोजन एवं रहने के लिए भूमि प्रदान करता है। तुसीं समझ गए होणगे, निक्के ते निक्के बेसिक चीज़ नूं ट्रांसलेट करना जिहड़ा वा, आपां ट्रांसलेट करन दे नाल आपां टाइम वेस्ट नहीं करना। जिहड़ी कोई औखी चीज़ होगी मैं करूँगी ट्रांसलेट। ठीक है, मानव इस प्राकृतिक पर्यावरण में कैसे परिवर्तन करता है। कार का धुआं वायु को प्रदूषित करता है, यानी कि कार का धुआं वायु हवा नूं जिहड़ा वा प्रदूषित करदा वा। पानी को पात्र में एकत्र किया जाता है, भोजन को बर्तनों में परोसा जाता है और भूमि पर कारखानों का निर्माण होता है। मानव कार, मिल, कारखानों एवं बर्तनों का निर्माण करता है। इस प्रकार से मानव प्राकृतिक पर्यावरण में परिवर्तित कर रहा है। सॉरी यानी कि ਇਹਦੇ ਵਿੱਚ ਉਹਨਾਂ ਨੇ ਦੱਸਿਆ ਵਾ ਕਿ ਜਿਹੜਾ ਮਨੁੱਖ ਜਿਹੜਾ ਵਾ ਉਹ ਕਿਹਦੇ ਵਿੱਚ ਪ੍ਰਵੇਸ਼ ਕਰ ਜਾਂਦਾ ਵਾ, ਉਹ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਕੁਦਰਤੀ ਵਾਤਾਵਰਨ ਵਿੱਚ ਜਿਹੜਾ ਵਾ ਸ਼ਾਮਿਲ ਹੋ ਜਾਂਦਾ ਵਾ, ਤੇ ਕੁਦਰਤੀ ਵਾਤਾਵਰਨ ਜਿਹੜਾ ਵਾ ਹੌਲੀ ਹੌਲੀ ਨਸ਼ਟ ਹੋਣਾ ਸ਼ੁਰੂ ਹੋ ਜਾਂਦਾ ਵਾ। ਕਲੀਅਰ ਨਾ? ਮੇਰੇ ਹਿਸਾਬ ਦੇ ਨਾਲ ਤੁਹਾਨੂੰ ਕਲਾਸ ਇੰਟਰਸਟਿੰਗ ਲੱਗ ਰਹੀ ਹੋਊਗੀ। ਫਿਰ ਤੁਸੀਂ ਪਿਕਚਰ ਦੇਖੋ ਯਾਰ, ਮਤਲਬ बुक बनाई किन्ने सोहने तरीके दे नाल। इधर देखो पर्यावरण के घटक, यानी कि वातावरण के घटक इधर इन्हां ने कुदरती दिते आ, ते इधर जिहड़े मनुख द्वारा बनाए गए वो सब तो पहला आपां कुदरती वेने आ। वायुमंडल आ कुदरत ने बनाया वा, जल मंडल आ जिवें साडा हिंद महासागर आ, प्रशांत महासागर आ, तीन पासियां तो साडा भारत पानी दे नाल घिरिया वा। ठीक है, जल मंडल आ, स्थल मंडल आ जिथे आपां बैठे आ, जिथे मैं तुहानूं पढ़ा रही हां, जिथे तुसीं हो, जिथे पूरी दुनिया वा, ओह की आ स्थल मंडल आ। ठीक है, संजीव जैव मंडल, संजीव की हुंदे आ जिहड़े जीव जंतु, संजीव निर्जीव तो समझते ही हो ना भी इन्नियां बेसिक जिहियां चीज़ां लई आपां क्यों टाइम वेस्ट करना। ठीक है, अगे देखो मानव निर्मित, इहदा मतलब कि जिहड़े कि मनुख द्वारा बनाईयां गईयां चीज़ां, इमारतां कुदरत ने नहीं बनाईयां, मनुख ने बनाईयां वा। पार्कां मनुख ने बनाईयां वा। पुल जिहड़े आ, पुल किन्ने बनाए, मनुख ने बनाए। सड़कां मनुख ने बनाईयां। उद्योग जिहड़े किन्ने स्थापित कीते आ, मनुख ने स्थापित कीते आ। स्मारक किन्ने स्थापित कीते आ, मनुख ने कीते आ। ठीक है, उस तो बाद मानव, मनुख की आ जांदा, एक व्यक्ति की आ वो मानव दे विच आऊगा। परिवार हो गया, समुदाय यानी कि ग्रुप हो गया, धर्म हो गया, शिक्षक हो गया, अध्यापक हो गए, विद्यार्थी हो गए, आर्थिक हो गया, आर्थिक जो भी दुकाना बाजार जो भी है सारा कुछ, राजनीतिक स्थिति, ये सारा कुछ मानव दे विच आउंदा वा। देखो किन्नी सोहनी क्लैरिफिकेशन कीती, बच्चा तां वेख के ही इन्नी रुचि बनूगी बच्चे दी। ठीक है, बच्चा क्यों ना इंटरस्ट लऊगा, इन्नी सोहनी किताब। ठीक है, अगे आपां पढ़दे हैं। इसलिए हम प्राकृतिक वातावरण में परिवर्तन करते हैं और कभी कभी उसे नष्ट भी कर देते हैं। ये गल मैं तुहानूं पहलां भी दस चुकी हाँ भी जदों मनुख कुदरती वातावरण दे विच अपणियां लोड़ां दी पूर्ति वास्ते शामिल हुंदा वा ते ओह उहनां नूं किते ना किते नष्ट करदा वा अपणियां लोड़ां दी पूर्ति वास्ते। संजीव प्राणियों का संसार जैसे पादप एवं जंतु, समझ गए होंगे तुसीं। ठीक है, अजीवीय निर्जीव पदार्थों का संसार जैसे स्थल। ठीक है ना, ऊपर के वार्तालाप से आप समझ गए होंगे कि किसी भी जीवित प्राणी के चारों ओर पाए जाने वाले लोग, स्थान, वस्तुएं एवं प्रकृति को पर्यावरण कहते हैं। यह प्राकृतिक एवं मानव निर्मित घटनाओं का मिश्रण है। प्राकृतिक पर्यावरण में पृथ्वी पर पाई जाने वाली जीवीय और एवं अजीवीय दोनों परिस्थितियां सम्मिलित है। यानी कि उन्हें कहा वा कि साडे वातावरण दे विच, साडी धरती के उपर साडे वातावरण दे विच साडे जीव चीज़ां भी पाईयां जांदियां ते निर्जीव चीज़ां भी पाईयां जांदियां। क्योंकि हुण आपां किहदे ते मनुख किहदे ते डिपेंड आ, आपां किहदे ते डिपेंड आ, आपां जानवरां ते डिपेंड आ। जिवें हुण आपां मैं बेसिक जी एग्जांपल दवां, जिवें हुण अपने घरां दे विच मੱਝਾਂ गावां आ, उहनां दा दुੱਧ आपां नूं मिलदा, उहनां दे पीने दुੱਧ तो अपने कई पदार्थ बनदे आ। ਕੱਲਾ ਮੱਝਾਂ ਗਾਵਾਂ ਦੇ ਨਾਲ ਸੰਬੰਧਿਤ ਨਹੀਂ, ਵੈਸੇ ਵੀ ਜੇ ਆਪਾਂ ਓਵਰਆਲ ਗੱਲ ਕਰੀਏ ਆਪਾਂ ਜਾਨਵਰਾਂ ਤੇ ਕਿੰਨਾ ਡਿਪੈਂਡ ਆ, ਪਰ ਜਿਹੜੇ ਜਾਨਵਰ ਆ ਉਹ ਅੱਗੋਂ ਹੋਰ ਜਾਨਵਰਾਂ ਤੇ ਡਿਪੈਂਡ ਆ।
ਕਈ ਜਾਨਵਰ ਸ਼ਾਕਾਹਾਰੀ ਨੇ, ਕਈ ਮਾਸਾਹਾਰੀ ਨੇ, ਠੀਕ ਆ। ਤੇ ਜੇ ਬਨਸਪਤੀ ਹੋਊਗੀ ਤੇ ਜਿਹੜੇ ਸ਼ਾਕਾਹਾਰੀ ਜਾਨਵਰ ਆ ਉਹ ਖਾਣਗੇ ਤੇ ਉਹ ਅੱਗੋਂ ਆਪਾਂ ਨੂੰ ਜੋ ਵੀ ਆਪਾਂ ਨੂੰ ਉਹਨਾਂ ਦੇ ਬਦਲੇ ਵਿੱਚ ਚਾਹੀਦਾ ਉਹ ਮਿਲੂਗਾ, ਠੀਕ ਹੈ ਨਾ। ਇਹ ਸਾਰਾ ਸਿਸਟਮ ਜਿਹੜਾ ਵਾ ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਚੱਲਦਾ ਵਾ। ਤੇ ਜਦੋਂ ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਨਸ਼ਟ ਕਰਦੇ ਹਾਂ ਤੇ ਵਾਕਿਆ ਹੀ ਆਪਾਂ ਪ੍ਰਕਿਰਤੀ ਜਿਹੜਾ ਕੁਦਰਤੀ ਵਾਤਾਵਰਨ ਆ ਉਹਦੇ ਨਾਲ ਛੇੜछाड़ हो जाती है, ठीक है। जबकि मानवीय पर्यावरण में मानव के परस्पर क्रियाएं, उनकी गतिविधियां एवं उनके द्वारा बनाई गई रचनाएं सम्मिलित है। क्लियर हो गया होना तुहानू, ठीक है। प्रकृतिक आप पढ़ते एक मिनट। पर्यावरण यानी इन्वायरमेंट शब्द की उत्पत्ति फ्रेंच शब्द इन्वायरनर या इन्वायरनेर से हुई है, जिसका अर्थ है पड़ोस। वैरी वैरी इंपॉर्टेंट आ, इत्थों सानू क्वेश्चन बनते आ, ठीक है। याद रखना वा पर्यावरण शब्द जेड़ा वा पूछा जा सकता। इन्वायरमेंट या वातावरण शब्द जेड़ा वा केड़ी भाषा तो आया सीगा, ये फ्रेंच भाषा तो आया ही। पॉइंट टू बी नोट, ठीक है। ये पॉइंट जेड़ा वा तुसी जरूर नोट कर लेना वा। मैं कहनी आ भी किन्ना सोहना तरीका आ ना, मतलब बहुत वधिया तरीके दे नाल वेखो उन्होंने शब्दां दे अर्थ दिते आ ते किहड़ा शब्द जेड़ा वा भाषा तो आया, जेड़ा जरूरी आ पढ़ना वो भी उन्होंने नाल दिता होया एक साइड ते, ठीक है, ताकि बच्चे नू कोई भी जिहड़ी परेशानी जिहड़ी आ ना आवे, ठीक है। प्राकृतिक पर्यावरण यानी कि कुदरती वातावरण, ठीक है। भूमि, जल, वायु, पेड़ पौधे एवं जीव जंतु मिलकर प्रकृति पर्यावरण बनाते हैं। सथल मंडल, जल मंडल, वायुमंडल एवं जैव मंडल से आप पहले से ही परिचित होंगे। आइए अब हम इनके संबंध में कुछ और तथ्यों की जानकारी प्राप्त करते हैं। पृथ्वी की ठोस परपट्टी या कठोर ऊपरी परत को स्थल मंडल कहते हैं। यह चट्टानों एवं खनिजों से बना होता है एवं मिट्टी की पतली परत से ढका होता है। यह पहाड़, पठार, मैदान, घाटी आदि जैसी विभिन्न स्थलाकृतियों वाला विषम धरातल होता है। यह स्थलाकृतियों महाद्वीपों के अलावा महासागर की सतह पर भी पाई जाती है। जानी कि जिहड़ी साडी स्थल मंडल आ, कहण दा भाव जिहड़ा स्थल मंडल जिथे मैं बैठी हाँ, जिथे तुसी बैठे हो, जिथे पूरी दुनिया बैठी है, ठीक है। ਇਹ ਜਿਹੜਾ स्थल मंडल कित्थों मिलिया, ਇਹ धरती ਦੀ कठोर ਜਿਹੜੀ पट्टी आ, उपरली परत आ ਜਿਹੜੀ ਉਹਦੇ ਤੋਂ ਬਣਿਆ, ठीक है। चट्टानां तो बनिया वा, खनिजां तो बनिया वा, मिट्टी ਦੀ पतली परत ਦੇ ਨਾਲ ਇਹ ਢੱਕਿਆ ਹੋਇਆ ਵਾ, ठीक है। जेकर आपां गल करिए इत्थे इन्होंने कहा भी यह पहाड़, पठार, मैदान, घाटी आदि जैसी विभिन्न स्थलाकृतियों वाला विषम धरातल होता है। धरातल किनू कह दिंदे आ? धरातल उन्नू कह दिंदे आ जिवें पहाड़ हो गया, पठार हो गया, मैदान, घाटियां, ये भी सारियां किहदे विच आउंदियां वा? स्थल रूप दे विच ही आउंदियां, ठीक है। स्थल मंडल वह क्षेत्र है जो हमें वन, कृषि एवं मानव बस्तियों के लिए भूमि, पशुओं को चरने के लिए घास स्थल प्रदान करता है। यह खनिज संपदा का भी एक स्रोत है। आ देखो ए जिहड़ा तुसी देख रहे हो, ठीक है, आ सारा स्थल मंडल। इधर देखो आ जमीन आ, किसान खेती कर रहे आ, सड़क आ, घर आ, बस जा रही है, सारा की आ? ये सारा की है? स्थल मंडल आ, ठीक है। इस तो बाद देखो इत्थे जिथे सारा पानी पानी है, ये सारा की है? जल मंडल आ, ठीक है। इस तो बाद जिहड़ा आपां उपर देख रहे हैं हवाई जहाज उड़ रहा वो उपर आसमान दे विच, ये की है? साडा वायुमंडल आ। ते हुण आ जिहड़ा सर्कल सानू की डिफाइन करदा, ये सर्कल सानू डिफाइन करदा भी वायुमंडल, जल मंडल ते स्थल मंडल मिल के जिहड़ा वा ये किहदा निर्माण करदे आ? जैव मंडल दा निर्माण करदे आ। ते यार अपना खुद दा पढ़ के इन्ना इंटरस्ट बन रहा ते बच्चे दा क्यों ना बनूगा? बच्चे क्योंकि साडियां एजुकेशन पॉलिसियां की कहंदियां कि बच्चे ते बोझ नहीं पाउणा, बच्चे नूं रट्टा लाउण दी प्रवृत्ति तो दूर रखना वा। ते सिलेबस पैटर्न हर एक चीज़ जिहड़ी इस तरीके दे नाल बनी होनी चाहिए, बुक इस तरीके दे नाल बनी होनी चाहिए आ कि बच्चे दा ऑटोमैटिकली इंटरस्ट बने उस चीज़ दे विच, ठीक है। अपने आसपास के स्थल को देखिए और आपके पड़ोस में भूमि का उपयोग किस किस प्रकार हो रहा है उसकी सूची बनाइए, ठीक है। आओ करके सीखें, ठीक है। मतलब कि ਆਪਾਂ ਸਿੱਖਿਆ ਨਹੀਂ ਕਿ ਬੱਚੇ ਨੂੰ ਕਰਕੇ ਸਿੱਖਣ ਦੇ ਮੌਕੇ ਦੇਣੇ। ਕਿੰਨੇ ਕਿਹਾ ਸੀ? ਜੌਨ ਡੀਵੀ ਨੇ ਕਿਹਾ ਸੀ, ਹਨਾ। ਜੌਨ ਡੀਵੀ ਨੇ ਕਿਹਾ ਸੀ ਨਾ ਕਿ ਜੌਨ ਲੌਕ ਨੇ ਕਿਹਾ ਸੀ, ਮੈਂ ਭੁੱਲ ਗਈ, ਹਨਾ, ਵੀ ਉਹਨਾਂ ਨੇ ਕਿਹਾ ਸੀ ਵੀ ਕਰਕੇ ਸਿੱਖਣਾ ਆ। ਤੇ ਇਹ ਸਾਡੀ ਮੇਨ ਚੀਜ਼
ਸਾਡੀ SST ਪੈਡਾਗੋਜੀ ਦਾ ਪਹਿਲਾ ਪੁਆਇੰਟ ਹੀ ਇਹੋ ਹੁੰਦਾ ਵੀ ਇਹ ਬੱਚੇ ਨੂੰ ਕਰਕੇ ਸਿੱਖਣ ਦਾ ਮੌਕਾ ਦੇਣਾ ਆਪਾਂ। ਹੁਣ ਇਹਨਾਂ ਨੇ ਇੱਥੇ ਕੀ ਕਹਿਤਾ ਵੀ ਤੁਸੀਂ ਆਪਦੇ ਆਸ ਜਿਹੜੇ ਪੜੋਸੀ ਹੁੰਦੇ ਜਾਂ ਜਿਹੜੇ ਗਵਾਂਢੀ ਹੁੰਦੇ ਆ, ਉੱਥੇ ਤੁਸੀਂ ਦੇਖਣਾ ਕਿ ਤੁਹਾਡੇ ਆਸ-ਪਾਸ ਜਿਹੜੀ ਭੂਮੀ ਆ ਉਹਦਾ ਪ੍ਰਯੋਗ ਕਿਸ ਤਰੀਕੇ ਦੇ ਨਾਲ ਹੋ ਰਿਹਾ, ਯਾਨੀ ਕਿ ਸਥਲ ਰੂਪ ਬਾਰੇ ਬੱਚੇ ਨੂੰ ਸਮਝਾਉਣਾ ਆਹ ਚੀਜ਼ ਬਾਰੇ, ਠੀਕ ਆ। ਤੇ ਬੱਚਾ ਕੋਈ ਨਾ ਕੋਈ ਜਾਣਕਾਰੀ ਘਰੋਂ ਲੈ ਕੇ ਆਊਗਾ, ਆਪਣੇ ਵੱਡੇ ਤੋਂ ਲੈ ਕੇ ਆਊਗਾ ਜਾਂ ਕੋਈ ਆਸ-ਪਾਸ ਦੇਖੂਗਾ ਤੇ ਉਹਦਾ ਲੈਵਲ ਜਿਹੜਾ ਵਾ ਉਹਦਾ ਆਪਣੇ ਆਪ ਹੀ ਜਿਓਗ੍ਰਾਫੀ ਦੇ ਵਿੱਚ ਇੰਟਰਸਟਿੰਗ ਬਣੂਗਾ। ਉਹ ਵਾਤਾਵਰਨ ਦੇ ਵਿੱਚ ਜਾਣਨ ਬਾਰੇ ਉਹ ਹੋਰ ਉਤਸੁਕ ਹੋਊਗਾ, ਠੀਕ ਹੈ। ਅਗਲੇ ਤੇ ਕਹਿੰਦੇ आ आओ कुछ करके सीखें, अपने घर एवं स्कूल में आप जो पानी उपयोग करते हैं वह कहाँ से आता है। हमारे दैनिक जीवन में पानी के विभिन्न उपयोगों की सूची बनाइए। क्या आपने किसी को पानी व्यर्थ करते देखा है, कैसे। देखो सारा कुछ बच्चे ने वेख्या होगा, आंढ गुआंढ वेख्या होगा, अपने घर च वेख्या होगा ते हाँ बच्चा इहदे बारे तत्थ इकट्ठे करके जरूर लियाऊगा। वेखो भी किन्ने सोहणे तरीके दे नाल बच्चा स्टडी कर पाऊगा इन्हां चीज़ां नूं, कोई रट्टा लाउण दी लोड़ नहीं पैणी, उहने आपे करके सिख लैणा, उहने सारा कुछ आपे इधर उधरों जानकारी इकट्ठी करूगा ते सारी उहनूं वातावरण बारे नॉलेज हो जानी। क्लीयर। जल के क्षेत्र को जलमंडल कहते हैं। इथों तुहानूं क्वेश्चन बनने आ, पर बनने घुमा फरा के हुण ते तुहानूं लग रिहा होऊगा ना भी इहदे विच कहानी जी दित्ती आ, कुछ नहीं। मैं टैलीग्राम ते तुहानूं इस चैप्टर दे MCQ पाउणे आ हिंदी मीडियम दे विच ते तुसीं खुद देखियो भी MCQ किद्दां वा ते इह किद्दां वा, ठीक है। ते जे तुसीं मेरे चैनल ते आए हो ना ते तुहानूं मतलब इस तरीके दे नाल मैं तुहानूं बना दूंगी भी तुहानूं थ्योरी पढ़ के पता लग जाया करूगा भी हाँ इथों MCQ सानूं किस तरीके दे नाल आउणा, ठीक है। यह जल के विभिन्न स्रोतों जैसे नदी, झील, समुद्र, महासागर आदि जैसे विभिन्न जलाशयों से मिलकर बनता है। यह सभी प्राणियों के लिए आवश्यक है। पृथ्वी के चारों ओर फैली वायु की पतली परत को वायुमंडल कहते हैं। पृथ्वी का गुरुत्वाकर्षण बल अपने चारों ओर के वायुमंडल को थामे रखता है। वेरी वेरी इंपॉर्टेंट ए वाली लाइन है, ठीक है। पृथ्वी का गुरुत्वाकर्षण बल अपने चारों ओर के वायुमंडल को थामे रखता है। समझ लगी ना। यह सूर्य की झुलसाने वाली गर्मी यानी कि सूरज दी ओह किरणां जिहड़ियां मनुख नूं साड़ सकदियां गर्मी एवं हानिकारक किरणें से हमारी रक्षा करता है। आओ कुछ करके सीखें। स्कूल जाते समय आसमान को देखें, ध्यान दें कि दिन कैसा है, वर्षा हो रही है, आसमान में बादल है, तेज धूप है या कोहरा इत्यादि है। देखो ਬੱਚੇ ਨੇ ਸਾਰਾ ਕੁਝ ਕਰਕੇ ਹੀ ਸਿੱਖੀ ਜਾਣਾ। ਸਭ ਤੋਂ ਪਹਿਲਾਂ ਤਾਂ ਉਹਨੇ ਆਂਢ ਗੁਆਂਢ ਦੇ ਵਿੱਚੋਂ ਭੂਮੀ ਬਾਰੇ ਜਾਣਕਾਰੀ ਇਕੱਠੀ ਕੀਤੀ, ਠੀਕ ਆ। ਫਿਰ ਉਹਨੇ ਕੀ ਦੇਖਿਆ, ਫਿਰ ਉਹਨੇ ਦੇਖਿਆ ਵੀ ਇੱਥੇ ਕੀ ਸੀ, ਹਾਂ ਵੀ ਸਾਡੇ ਆਸ-ਪਾਸ ਪਾਣੀ ਦੇ ਸੋਰਸ ਕੀ ਆ, ਜੇ ਪਾਣੀ ਕਿਤੇ ਵੇਸਟ ਹੋ ਰਿਹਾ ਤੇ ਕਿਸ ਤਰੀਕੇ ਦੇ ਨਾਲ ਹੋ ਰਿਹਾ ਵਾ। ਫਿਰ ਉਹਨੇ ਕੀ ਕਰਨਾ, ਫਿਰ ਉਹਨੇ ਅਗਲੇ ਦਿਨ ਸਕੂਲ ਜਾਂਦੇ ਵਕਤ ਕੀ ਵੇਖਣਾ, ਜਿਵੇਂ ਦਾ ਵੀ ਮੌਸਮ ਹੋਊਗਾ, ਹਨੇਰੀ ਹੋਊਗੀ, ਬੱਦਲ ਹੋਊ, ਮੀਂਹ ਹੋਊ, ਤੇਜ਼ ਧੁੱਪ ਹੋਊ, ਗਰਮੀ ਹੋਊ, ਜੋ ਵੀ ਹੋਊਗਾ, ਜੋ ਕਿ ਆ ਐਕਟੀਵਿਟੀ ਕਿਹਨੇ ਦਿੱਤੀਆਂ ਉਹਨੂੰ, ਬੁੱਕ ਦੇ ਅਕੋਰਡਿੰਗ ਕਿਹਨੇ ਦਿੱਤੀਆਂ ਐਕਟੀਵਿਟੀ, ਟੀਚਰ ਨੇ ਦਿੱਤੀਆਂ, ਠੀਕ ਹੈ। ਤੇ ਉਹ ਸਕੂਲ ਤੋਂ ਆਉਂਦੇ ਹੁੰਦੇ ਸਾਰਾ ਕੁਝ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਊਗਾ। ਤੇ ਦੇਖੋ ਕਿੰਨਾ ਕੁਝ ਅੱਧਾ पर्यावरण ਤੇ ਉਹਨੇ ਸਾਰਾ ਦੇਖ ਕੇ ਹੀ ਸਿੱਖ ਲਿਆ, ਬੁੱਕ ਦੇ ਵਿੱਚ ਉਹਨੂੰ ਕੋਈ ਰੱਟਾ ਲਾਉਣ ਦੀ ਲੋੜ ਹੀ ਨਹੀਂ ਪਈ। क्लियर ना। आगे देखो कई प्रकार की गैस, धूल, कण एवं जलवाष्प उपस्थित रहते हैं। वायुमंडल में परिवर्तन होने से मौसम एवं जलवायु में परिवर्तन होता है। पादप एवं जीव जंतु मिलकर जैव मंडल या संजीव संसार का निर्माण करते हैं। यह पृथ्वी का वह संकीर्ण क्षेत्र है जहां स्थल, जल एवं वायु मिलकर जीवन को संभव बनाते हैं। ठीक है। सब तो पहला ते आपां इस चीज नूं पढ़दे हां पार्य तंत्र। हुण तुहानूं मैं पार्य तंत्र दा मतलब नहीं पता होना। पार्य तंत्र दा मतलब हुंदा वा कन्वर्जन। ठीक है। कन्वर्जन यानी कि कन्वर्जन यानी कि ਇਹਦੇ ਵਿੱਚ ਉਹ ਚੀਜ਼ ਆ ਜਾਂਦੀ ਆ ਮਿਲ ਕੇ ਜਾਂ ਕਿਸੇ ਦੇ ਸੰਯੋਗ ਦੇ ਨਾਲ ਕੋਈ ਕਿਰਿਆ ਹੋ ਰਹੀ ਹੋਵੇ, ਇੱਕ ਜਾਣੇ ਦੀ, ਦੋ ਜਾਣੇ ਦੀ, ਤਿੰਨ ਜਾਣੇ ਦੀ ਜਾਂ ਵੱਧ ਇੱਕ ਜਾਣੇ ਦੀ ਕਿਸੇ ਦੇ ਸਹਿਯੋਗ ਨਾਲ ਜਿਹੜਾ ਵਾ ਸਾਰਾ ਹੀ ਕਿਰਿਆ, ਜਿਹੜਾ ਸਾਰਾ ਕਾਰਜ ਜਿਹੜਾ ਉਹ ਚੱਲ ਰਿਹਾ ਹੋਵੇ। ਕਹਿਣ ਦਾ ਭਾਵ ਆਪਾਂ ਪੜ੍ਹਦੇ ਆ
वह तंत्र जिससे समस्त जीवधारी आपस में एक दूसरे के साथ तथा पर्यावरण के उन भौतिक एवं रासायनिक कारकों के साथ परस्पर क्रिया करते हैं जिसमें वह निवास करते हैं, यह सब ऊर्जा और पदार्थ के स्थानांतरण द्वारा संबंधित है। कन्वर्जन का मतलब वेखो, मैं पहला भी जिवें दस्सिया भी आपां सारे एक दूजे ते डिपेंड आ। हुण आपां किते डिपेंड आ? जानवरां ते डिपेंड आ। जानवर किते डिपेंड आ? वो अगों छोटे जानवरां ते डिपेंड आ। ये सारा कुछ की आ? कन्वर्जन आ। ये सारा कुछ की आ? कन्वर्जन आ, पारयतंत्र। ठीक है, पारयतंत्र क्या है? रवि की कक्षा में एक एनसीसी कैंप में जैस्मी ने आश्चर्य से कहा, कितनी मूसलाधार वर्षा हो रही है, इससे मुझे अपना केरल याद आ गया। तुम सबको आकर देखना चाहिए कि कैसे हरे भरे खेतों एवं नारियल के बागानों में लगातार बारिश होती रहती है। इस बुक दे विच तुसी एक चीज होर देखोगे, कोई बच्चा केरल तो होगा, कोई मिजोरम तो होगा, ਤੇ ਉਹ ਆਪਸ ਦੇ ਵਿੱਚ ਇੰਨਾ ਕੁ ਮਿਲ ਜੁਲ ਕੇ ਆਪੋ ਆਪਣੇ ਏਰੀਏ ਬਾਰੇ ਦੱਸਦੇ ਆ ਗੱਲਾਂ, ਤੇ ਇੰਨਾ ਕੁ ਕਹਿ ਲਓ ਵੀ ਉਹਨਾਂ ਦੇ ਵਿੱਚ ਸਹਿਯੋਗ ਦੀ ਭਾਵਨਾ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਚੈਪਟਰ ਦੇ ਰਾਹੀਂ। ਠੀਕ ਹੈ, ਤੇ ਇਹਦੇ ਵਿੱਚ ਕੀ ਜਿਹੜੀ ਆਪਣੀ ਕੀ ਨਾਮ ਦੱਸਿਆ ਇਹਨਾਂ ਨੇ, ਜੈਸੀ, ਹਾਂ ਜੈਸੀ ਜਿਹੜੀ ਆ ਕਿੱਥੋਂ ਦੀ ਸੀ? ਉਹ ਹੈਗੀ ਸੀ ਕੇਰਲ ਦੀ। ਤੇ ਉਹ ਕਹਿੰਦੀ ਵੀ ਦੇਖੋ ਸਾਡੇ ਕਿਵੇਂ ਇੱਥੇ बारिश जिहड़ी आ हुंदी आ। तभी जैसलमेर के रहने वाले हीरा ने आश्चर्य से कहा, यानी कि एक क्लासमेट कित्थों दा सीगा? जैसलमेर दा। वो कहंदा हमारे यहाँ वर्षा होती ही नहीं है, हमें तो दूर दूर तक केवल कीकर एवं रेत ही नजर आती है, लेकिन वहां ऊंट भी तो मिलते हैं, रवि ने कहा। ठीक है, ਉਹ ਕਹਿੰਦਾ ਵਾ ਕਿ ਸਾਡੇ ਆ ਕੇ ਕਿਤੇ ਦੇਖੋ ਸਾਡੇ ਤਾਂ ਮੀਂਹ ਨਹੀਂ ਪੈਂਦਾ, ਕਹਿੰਦਾ ਸਾਡੇ ਤਾਂ ਰੇਤ ਕੰਕਰ ਪੱਥਰ ਹੀ ਨਜ਼ਰ ਆਉਂਦੇ ਦੂਰ ਦੂਰ ਤੱਕ, ਤੇ ਪਰ ਰਵੀ ਕਹਿੰਦਾ ਵਾ ਤੁਹਾਡੇ ਊਂਠ ਵੀ ਤਾਂ ਹੁੰਦੇ ਹੀ ਆ। ठीक है, कहानी के बच्चों की तरफ आप भी अपने पर्यावरण स्थान का चित्र या फोटो लाइए। ठीक है, आ फोटो किन्ने लाई है? किसी बच्चे ने लाई होगी अपने एरिए तो, उन्हें कोई फोटो जिहड़ी ड्रॉ की होगी। अध्यापक भी खुद भी कोई एक्टिविटी करूगा, ਉਹਦੇ ਵੱਲ ਵੇਖ के बच्चे कर सकते, अध्यापक भी पिक्चर ला सकदा, कहने का भाव। ठीक है, अगले पेज पे आ जाओ। हीरा ने कहा, ऊंट तो मिलेंगे ही, जब तुम हमारे रेगिस्तान आओगे तो तुम्हें सांप, छिपकली एवं अनेक कीट भी देखने को मिलेंगे। हीरा कहंदा वा भी तैनू कल्ले ऊंट नहीं मिलणगे, साडे एरिए दे विच होर भी बड़े जानवर मिलते हैं, सप छिपकली है ना, इदां दे कोई कीटनाशक जिहड़े कीड़े मकोड़े भी मिलणगे। रवि हैरत में पड़ गया, यानी कि हैरानी दे विच पै गया। विभिन्न स्थानों पर पाए जाने वाले जीव जंतु, वनस्पति एवं लोगों के रहन सहन के तरीके इतने भिन्न क्यों हैं? कहंदा भी वनस्पति के अकॉर्डिंग, मतलब कहंदा भी हर एक जगह ते लोगों के रहन सहन के तरीके इन्ने अलग क्यों आ? हुण इत्थों सानू की चीज पता लग रही है? जदों बच्चा क्रिटिकल एनालिसिस करन लग जांदा वा, वाई वट ऐदां दे क्वेश्चन ਉਹਦੇ ਮਨ ਦੇ ਵਿੱਚ ਜਦੋਂ ਪੈਦਾ ਹੁੰਦੇ ਆ, ਇਹਦਾ ਮਤਲਬ ਆ ਕਿ ਉਹਦੀ ਜਿਹੜੀ ਸਿੱਖਣ ਦੀ ਗਤੀ ਬਹੁਤ ਵਧੀਆ ਜਾ ਰਹੀ ਆ, ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਿੱਖ ਰਿਹਾ। एक चीज मैं तुहानू होर दसां, जे तुसी NCERT दा अल्ला कल्ला चैप्टर तुसी डिटेल दे नाल पढ़ोगे ना, तुहानू SST पैडागोजी अलग तो पढ़न दी लोड़ नहीं पैनी, तुहाडी SST दी पैडागोजी इत्थों ही कवर हो जानी है। क्लीयर? देखो बिल्कुल बहुत संबंध है, शिक्षक ने कहा, यानी कि अध्यापक ने कहा भी हाँ इन्हां चीज़ां दे विच गूढ़ा संबंध आ। ठीक है, सभी पेड़ पौधे, जीव जंतु एवं मानव अपने आसपास के पर्यावरण पर आकर्षित होते हैं, प्राय वे एक दूसरे पर भी आकर्षित होते हैं। जीवधारियों का आपसी एवं अपने आसपास के पर्यावरण के बीच का संबंध ही पारतंत्र का निर्माण करता है। अधिक वर्षा वाले वन, घास तल, रेगिस्तान, पर्वत, झील, नदी, महासागर एवं छोटे से ताल का भी एक पारतंत्र होता है। वैरी इंपॉर्टेंट आ वाली लाइन। ठीक है, इथों सानू स्टेटमेंट पूछी जा सकती है। ठीक है, जो मैं तुहानू क्वेश्चन MCQ सेंड करूंगी, तुसी खुद देखियो भी किवें MCQ बनते हैं। क्या आपको लगता है कि जिस पार्क में रवि एवं उसके मित्र खेलते हैं वह भी एक पारतंत्र बनता है? बिल्कुल बनता वा। ठीक है, इथों भी सानू जिहड़ा क्वेश्चन आ सकता वा। ठीक है, उस तो बाद देखते हैं आपां
क्या आप जानते हैं प्रत्येक वर्ष 5 जून को विश्व पर्यावरण दिवस मनाया जाता। ਕਹਿੰਦੇ 5 ਕਹਿੰਦੇ ਕੀ ਤੁਸੀਂ ਜਾਣਦੇ ਹੋ ਵੀ 5 ਜੂਨ ਨੂੰ ਵਾਤਾਵਰਣ ਦਿਵਸ ਜਿਹੜਾ ਵਾ मनाया जाता वा। वस्तु विनिमय पद्धति, यह वस्तुओं की अदला बदली का व्यापार है जिससे धन का प्रयोग नहीं होता। यानी कि इस शब्द ਨੂੰ ਸਮਝੋ ਤੁਸੀਂ, ਮੈਨੂੰ ਤਾਂ ਅਲੱਗ ਤੋਂ ਅਰਥ ਦੱਸਣ ਦੀ ਲੋੜ ਹੀ ਨਹੀਂ ਆ। NCERT ਹੈ ਹੀ ਇੰਨੀ ਵਧੀਆ ਕਿ ਉਹਨਾਂ ਨੇ ਆਲਰੇਡੀ ਅਰਥ ਦਿੱਤੇ ਹੋਏ ਆ। ਵਸਤੂ ਵਿਨਿਮੈ ਪद्धति, ਇਹਦਾ ਮਤਲਬ ਆ ਵੀ ਵਸਤੂਆਂ ਦੇ ਵਿੱਚ ਕੋਈ ਅਦਲਾ ਬਦਲੀ ਹੋਣੀ, ਕੋਈ ਪੈਸੇ ਦੀ, ਧਨ ਦੀ ਕੋਈ ਅਦਲਾ ਬਦਲੀ ਨਹੀਂ, ਕਿਸੇ ਚੀਜ਼ ਦੀ ਅਦਲਾ ਬਦਲੀ। ਠੀਕ ਆ। ਮਾਨਵੀय पर्यावरण, ਹੁਣ ਤੱਕ ਆਪਾਂ ਕੀ ਪੜਿਆ? ਆਪਾਂ ਕੁਦਰਤੀ ਵਾਤਾਵਰਨ ਪੜਿਆ, पर ਹੁਣ ਆਪਾਂ ਅੱਗੇ ਕੀ पढ़न जा रहे हैं? ਅੱਗੇ ਆਪਾਂ पढ़न जा रहे हैं मनुखी वातावरण। ठीक है। मानव अपने पर्यावरण के साथ परस्पर क्रिया करता है और उससे अपनी आवश्यकता के अनुसार परिवर्तन करता है। प्रारंभिक मानव ने स्वयं को प्रकृति के अनुरूप बना लिया था। उनका जीवन सरल था एवं आसपास की प्रकृति से उनकी आवश्यकता पूरी हो जाती थी। समय के साथ कई प्रकार की आवश्यकताएं बढ़ी। मानव ने, हाँ ये मैं तुहानू समझा दिनी है वैसे ही। ठीक है। वस्तु विनिमय पद्धति विकास का मतलब की है, मैं तुहानू समझा दिनी वैसे ही, क्योंकि आप ज़्यादा टाइम नहीं वेस्ट करना। ਜਿਹੜੀ ਸਿੰਪਲ ਚੀਜ਼ ਪਤਾ ਉਹ ਤੁਹਾਨੂੰ ਦੱਸ ਦਿੰਦੀ। ਇਹਨਾਂ ਨੇ ਇੱਥੇ ਕਹਿਣ ਦਾ ਭਾਵ ਇਹ ਆ ਵੀ ਪੁਰਾਣੇ ਮਨੁੱਖ ਦੀ ਇਹਨਾਂ ਨੇ ਗੱਲ ਕੀਤੀ ਕਿ ਜੇ ਪੁਰਾਣੇ ਮਨੁੱਖ ਦੀ ਆਪਾਂ ਗੱਲ ਕਰੀਏ ਤਾਂ ਮਨੁੱਖ ਨੇ ਡਿਵੈਲਪ ਕਿੱਥੋਂ ਕੀਤਾ? ਕੁਦਰਤੀ ਵਾਤਾਵਰਨ ਦੇ ਵਿੱਚੋਂ ਹੀ ਆਪਣੇ ਆਪ ਨੂੰ ਡਿਵੈਲਪ ਕੀਤਾ। ਪਹਿਲਾਂ ਉਹ ਜੰਗਲ ਦੇ ਵਿੱਚ ਰਹਿੰਦਾ ਸੀ, ਪੱਤਿਆਂ ਦੇ ਨਾਲ ਸਰੀਰ ਢੱਕਦਾ ਸੀ, ਜੰਗਲਾਂ ਤੇ ਡਿਪੈਂਡ ਸੀ, ਰੁੱਖਾਂ ਤੇ ਡਿਪੈਂਡ ਸੀ, ਵਾਤਾਵਰਨ ਤੇ ਡਿਪੈਂਡ ਸੀ। ਫਿਰ ਉਹਨੇ ਅੱਗ ਦੀ ਖੋਜ ਕੀਤੀ, ਪਹੀਏ ਦੀ ਖੋਜ ਕੀਤੀ। ਜਿਵੇਂ ਜਿਵੇਂ ਸਮਾਂ ਬਦਲਿਆ, ਲੋੜਾਂ ਵੱਧਦੀਆਂ ਗਈਆਂ, ਫਿਰ ਉਹਨਾਂ ਨੇ ਲੱਕੜੀ ਦੇ ਘਰ ਬਣਾਉਣੇ ਸ਼ੁਰੂ ਕਰਤੇ। ਹੌਲੀ ਹੌਲੀ ਕਿੰਨਾ ਕੁਛ ਬਦਲ ਗਿਆ, ਤਕਨੀਕਾਂ ਆ ਗਈਆਂ, ਸੰਚਾਰ ਦੇ ਸਾਧਨ ਆ ਗਏ, ਕਿੰਨਾ ਕੁਛ। ਠੀਕ ਆ। क्या आप ਇਹ ਸਾਰਾ ਸਟਰਕਚਰ ਕੀ ਕਹਾਉਂਦਾ ਵਾ? ਵਸਤੂ ਵਿਨਿਮय पद्धति। समझ लगी ना? क्या आप जानते हैं कि आप गर्मी में रसीला तरबूज एवं सर्दी में भुनी हुई मूंगफली खाना क्यों पसंद करते हैं? ਜਿੱਦਾਂ ਹੁਣ ਸਰਦੀ ਚੱਲ ਰਹੀ ਹੈ ਤੇ ਆਪਾਂ मूंगफली ਖਾਂਦੇ ਆ ਨਾ, गर्मियों ਦੇ ਵਿੱਚ ਆਪਾਂ ਕਿਉਂ ਨਹੀਂ ਖਾਂਦੇ? गर्मियों ਦੇ ਵਿੱਚ ਆਪਾਂ जूस वगैरह पीना पसंद करते हैं। प्राकृतिक एवं मानवीय पर्यावरण के बीच सही संतुलन होना आवश्यक है। मानव को पर्यावरण के साथ समरसता से रहने एवं उसका उपयोग सीखना चाहिए। रवि की कक्षा में मिजोरम की एक लड़की है नूरी, यानी कि मिजोरम तो एक कुड़ी सी, वह अक्सर अपने स्थान की हरियाली की बात करती रहती थी। खेल का मैदान नष्ट होने के कारण रवि की उदासी देखकर नूरी ने उसे आने वाली छुट्टियों में अपने घर मिजोरम आने को कहा। समझ गए होंगे पंजाबी विच ट्रांसलेट करन दा मैनू नहीं लगता कोई नीड है नहीं। ठीक है। रवि के शिक्षक ने सभी बच्चों से कहा कि छुट्टियों में जिन स्थानों पर जाएंगे वहां के भूदृश्य घरों एवं लोगों के क्रियाकलापों को चित्र बनाकर लाएंगे। रवि सारे कहता भी आप छुट्टियां दे विच जिथे जिथे भी जावांगे उथों की भूमि दृश्य, उथों के लोगों बारे, उथों के रहन सहन बारे, उथों के वातावरण के बारे आप जरूर ही जिहड़े आ पिक्चर बना के लैके आउणी आ। ठीक है। आओ कुछ करके सीखें। अपने पड़ोस के किसी बुजुर्ग व्यक्ति से बात करें और निम्न जानकारी प्राप्त करें। जब वह आपकी उम्र के थे तब उनके आसपास कैसे पेड़ थे? तब उस समय के घर के अंदर खेले जाने वाले खेल कौन से थे? उस समय उनका पसंदीदा फल की सी? गर्मी एवं सर्दी के मौसम वे कैसे बिताते थे? ਹੁਣ ਆ ਜਿਹੜੀਆਂ ਸਾਈਡ ਤੇ ਕੁਝ ਕਰਕੇ ਸਿੱਖਣ ਦੀਆਂ ਜਿਹੜੇ ਤੱਥ ਇਹਨਾਂ ਨੇ ਦਿੱਤੇ ਆ, ਮੈਂ ਤੁਹਾਨੂੰ ਕਿਉਂ ਪੜ੍ਹਾ ਰਹੀ ਹਾਂ? ਕਿਉਂਕਿ ਕਮਲੇ ਬੰਦਿਓ ਇਥੋਂ ਸਾਨੂੰ SST ਦੀ ਪੈਡਾਗੋਜੀ ਬਣਨੀ ਆ। ਠੀਕ ਆ। ਸਾਨੂੰ ਇਹਦੇ ਵਿੱਚੋਂ ਕੁਐਸਚਨ ਕਿੱਦਾਂ ਬਣਨਗੇ ਮੈਂ ਹੁਣ ਤੁਹਾਨੂੰ ਕਿਵੇਂ ਦੱਸਾਂ? ਮਤਲਬ ਜੋ ਗੱਲ ਕਹਿੰਦੇ ਸੀ ਨਾ ਦਿਲ 'ਚ ਕਹੀ ਨਹੀਂ ਜਾਂਦੀ ਹਨਾ, ਮੈਂ ਤੁਹਾਨੂੰ ਦੱਸਦੀ ਹਾਂ। ਇਹਦੇ ਵਿੱਚ ਕੁਐਸਚਨ ਸਾਨੂੰ ਬਣੂਗਾ ਵੀ ਮੰਨ ਲਓ ਵੀ ਬੱਚੇ ਨੂੰ ਆਪਾਂ ਵਾਤਾਵਰਨ ਬਾਰੇ ਪੜ੍ਹਾ ਰਹੇ ਹਾਂ ਤੇ ਆਪਾਂ ਬੱਚੇ ਨੂੰ ਆਪਾਂ ਕੋਈ ਐਕਟੀਵਿਟੀ ਦਿੱਤੀ, ਉਹਨੇ ਘਰੋਂ ਕੁਝ ਜਾਣਕਾਰੀ ਪ੍ਰਾਪਤ ਕਰਕੇ ਲਿਆਉਣੀ ਆਪਣੇ ਕਿਸੇ ਬਜ਼ੁਰਗ ਤੋਂ, ਤੇ ਹੇਠਾਂ ਦਿੱਤੇ ਵਿੱਚੋਂ ਕਿਹੜੇ ਕਿਹੜੇ ਤੱਥ ਜਿਹੜੇ ਇਸ ਵਿੱਚ ਸਹਾਈ ਹੋ ਸਕਦੇ ਆ। ਸਾਨੂੰ ਕੁਝ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੱਤੀਆਂ ਹੋਣਗੀਆਂ ਤੇ ਅਸੀਂ ਉਹ ਲੱਭਣੀਆਂ ਹੁੰਦੀਆਂ ਵਾ। ਤੁਸੀਂ ਮੰਨੋ ਤੁਹਾਨੂੰ ਲੱਗਦਾ ਹੋਊਗਾ ਨਾ ਵੀ ਇੰਨੀ ਲੰਬੀ ਕਲਾਸ ਚੈਪਟਰ ਰੀਡ ਸਾਡਾ ਟਾਈਮ ਵੇਸਟ, ਪਰ ਜੇ ਤੁਸੀਂ ਮੇਰੀ ਕਲਾਸ ਦੇ ਵਿੱਚ ਆ ਗਏ ਹੋ ਨਾ ਤੁਹਾਡਾ ਬਹੁਤ ਫਾਇਦਾ ਹੋਊਗਾ। SST ਦੀ ਪੈਡਾਗੋਜੀ ਵੀ ਨਾਲ ਦੀ ਨਾਲ ਸਿਖਾਈ ਜਾਂਦੀਆਂ ਇਹ ਕਿਤਾਬਾਂ। ਕਲੀਅਰ? ਸਾਡਾ ਚੈਪਟਰ ਹੋ ਗਿਆ ਕੰਪਲੀਟ। ਹੁਣ ਤੁਸੀਂ ਦੇਖਦੇ ਹੋ, ਵੇਖੋ ਇਹ ਤੇ ਪੜ੍ਹ ਲਈ ਆਪਾਂ NCERT,
ठीक है, मैं तुहानू दस दी अपनी बस थोड़ा ही रह गई क्लास अपनी। देखो तीनों SST दे सबजैक्ट इन्हां ने कित्थे देते, इक्के बुक दे विच देते। पहला चैप्टर की है साडा वातावरण, चैप्टर तो सेम ही है। देखो तो मैं जो पढ़ूंगी ना तुहानू खुद पता लगूगा भी कि बच्चे दे लैवल दे अकॉर्डिंग सारा कुछ हैगा। वातावरण तो अर्थ आले दुआले तो है, धरती की सतह उत्ते काम करदियां अनेक कुदरती शक्तियां तो है, जिस करके हरेक थां दे आले दुआले विच अंतर हुंदा है। इस करके ही मनुख दा अपने आले दुआले नाल संबंध हरेक जगह तो इक्को जिहा नहीं हुंदा। वातावरण दे तत्त जिवें कि धरातल, तापमान अते वर्खा हरेक जगह इक्को जिहे ना होण करके बनस्पति, जीव जंतु अते धरती दी होर पैदावार वक्खो वक्खरी हुंदी है। ਪਹਿਲਾਂ ਉਹਨਾਂ ਨੇ ਕੋਈ ਬੱਚੇ ਨੂੰ ਜਿਹੜੀ ਭੂਮਿਕਾ ਨਹੀਂ ਬੰਨੀ, ਕੋਈ ਉਹਨਾਂ ਨੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਵੀ। ਠੀਕ ਆ, ਵੇਖੋ ਫਿਰ ਇਹਨਾਂ ਨੇ ਲਾਸਟ ਲਾਈਨ ਤੇ ਕਹਿਤਾ ਧਰਤੀ, ਪਾਣੀ ਅਤੇ ਜਲਵਾਯੂ ਦੇ ਆਧਾਰ ਤੇ ਇੱਕ ਵਿਸ਼ੇਸ਼ ਜੀਵ ਜਗਤ ਅਤੇ ਪੇੜ ਪੌਦਿਆਂ ਦਾ ਵਾਤਾਵਰਨ ਪੈਦਾ ਹੁੰਦਾ ਹੈ। ਮਨੁੱਖ ਵਾਂਗ ਪੇੜ ਪੌਦੇ ਅਤੇ ਜੀਵਨ ਵੀ ਆਪਣੇ ਵਾਤਾਵਰਨ ਤੇ ਨਿਰਭਰ ਅਤੇ ਆਧਾਰਿਤ ਹੁੰਦੇ ਹਨ, ਜਿਸ ਨੂੰ ਹੈਬਿਟੇਟ ਕਹਿੰਦੇ ਆ। ਹੁਣ ਤੁਸੀਂ ਕੀ ਨੋਟ ਕੀਤਾ? ਮੈਂ ਤਾਂ ਇਹ ਨੋਟ ਕੀਤਾ ਵੀ ਆਹ ਜਿਹੜੀ ਜਾਣਕਾਰੀ ਆ ਆਪਣੇ ਵਾਸਤੇ ਤਾਂ ਠੀਕ ਆ, ਆਪਣੇ ਵਾਸਤੇ ਤਾਂ ਸਫੀਸ਼ੀਐਂਟ ਆ। ਠੀਕ ਆ, ਕਿਉਂਕਿ ਆਪਣੇ ਲਈ ਇਹ ਫਾਇਦਾ ਕਰਦੀ ਹੈ ਇਹ ਚੀਜ਼। ਪਰ ਕੀ ਇਹ ਬੁੱਕ ਕਿਹਦੀ ਆ? ਬੱਚੇ ਦੇ ਲੈਵਲ ਦੀ। ਕਿ ਬੱਚੇ ਦੇ ਲੈਵਲ ਦੇ ਅਕੋਰਡਿੰਗ ਤੁਸੀਂ ਚੈਪਟਰ ਦੀ ਸਟਾਰਟਿੰਗ ਤੇ ਐਡਾ ਔਖਾ ਸ਼ਬਦ ਦੇਤਾ ਕਿ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਗਲਤ ਆ? ਮੈਨੂੰ ਤਾਂ ਕਿਸੇ ਬੰਨਿਓ ਵੀ ਨਹੀਂ ਸਹੀ ਲੱਗਦੀ। ਅੱਗੇ ਤੁਸੀਂ ਦੇਖੋ ਫਿਰ ਇਹਨਾਂ ਨੇ ਕਿਹਾ ਵੀ ਪਤਾ ਕਰੋ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ। ਇੱਥੇ ਇਹਨਾਂ ਨੇ ਕਿਹਾ ਵੀ ਪਤਾ ਕਰੋ, ਤੇ ਇੱਥੇ ਇਹਨਾਂ ਨੇ ਖੁਦ ਦੱਸਿਆ ਵੀ ਇੱਥੇ ਵੇਖੋ, ਇੱਥੇ ਇਹਨਾਂ ਨੇ ਖੁਦ ਦੱਸਿਆ ਵੀ 5 ਜੂਨ को वातावरण दिवस मनाया जाता है। किन्ने सोहने तरीके दे नाल लिखिया, आप जानते हैं। मैनूं ते बहुत वधिया लग्गिया। ठीक आ, ते इत्थे इन्हां ने कहा पता करो। ठीक है, ਧਰਤੀ ਦੇ ਭੂ ਮੱਧ ਖੇਤਰੀ ਭਾਗਾਂ ਨੂੰ ਭਾਵੇਂ ਸੰਘਣੇ ਜੰਗਲਾਂ ਕਰਕੇ ਜਾਣਿਆ ਜਾਂਦਾ ਹੈ, ਫਿਰ ਵੀ ਮਹਾਂਦੀਪਾਂ ਦੇ ਵਿਚਕਾਰਲੇ ਖੁਸ਼ਕ ਭਾਗਾਂ ਵਿੱਚ ਕੇਵਲ ਘਾਹ ਹੀ ਪੈਦਾ ਹੁੰਦਾ ਹੈ। ਧਰਤੀ ਦੇ ਧਰੂਵੀ ਭਾਗ ਸਦੀਵੀ ਬਰਫ਼ ਨਾਲ ਢਕੇ ਹੋਣ ਕਰਕੇ ਮਨੁੱਖ ਤੇ ਜੰਗਲਾਂ ਤੋਂ ਵਾਂਝੇ ਹੁੰਦੇ ਹਨ। ਮਤਲਬ ਕੀ ਆ ਯਾਰ? ਤੁਸੀਂ ਦੇਖੋ ਆਹ ਲਾਈਨਾਂ ਮੈਂ ਪੜ੍ਹ ਰਹੀ ਹਾਂ, ਆਪਣੇ ਲਈ ਠੀਕ ਆ, ਪਰ ਵੇਖੋ ਇਹ ਲਾਈਨਾਂ ਤੁਸੀਂ ਖੁਦ ਸੋਚੋ ਵੀ ਜਦੋਂ ਮੈਂ ਪੜ੍ਹੀਆਂ ਤੇ ਇਹ ਲਾਈਨਾਂ ਮੈਨੂੰ ਔਖੀਆਂ ਲੱਗ ਰਹੀਆਂ, ਤੁਹਾਨੂੰ ਔਖੀਆਂ ਲੱਗ ਰਹੀਆਂ, ਤੇ ਬੱਚੇ ਦੇ ਲੈਵਲ ਦੇ ਅਕੋਰਡਿੰਗ ਕੀ ਆ? ਇਹ ਬੋਝ ਨਹੀਂ ਆ। ਫਿਰ ਤੁਸੀਂ ਦੇਖੋ ਅੱਗੇ, ਤੁਸੀਂ ਦੇਖੋ ਮਤਲਬ ਮੈਂ ਕੀ ਤੁਹਾਨੂੰ ਦੱਸੀ ਜਾਵਾਂ। ਫਿਰ ਦੱਸੋ, ਕਿਸੇ ਥਾਂ ਤੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸਦੀ ਪਰਿਸਥਿਤੀ ਨੂੰ ਇਕੋਲੋਜੀ ਕਹਿੰਦੇ ਹਨ। ਬਾਇਓਸਫੇਅਰ ਦੀ ਵੀ ਗੱਲ ਕਰਤੀ, ਇੰਨਾ ਕੁਝ, ਹੈਬੀਟੇਟ, ਬਾਇਓਸਫੇਅਰ, ਇਕੋਲੋਜੀ, ਐਡੇ ਔਖੇ 3 ਸ਼ਬਦ ਇਹਨਾਂ ਨੇ ਚੈਪਟਰ ਦੀ ਸਟਾਰਟਿੰਗ ਤੇ ਹੀ ਦੇ ਤੇ। ਕੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਹੈਗੀ ਸਹੀ ਆ? ਕਮੈਂਟ ਕਰਕੇ ਦੱਸਿਓ। ਫਿਰ ਵੇਖੋ ਇਹਨਾਂ ਦੀਆਂ ਪਿਕਚਰ ਦੇਖੋ, ਕੋਈ ਇਹਨਾਂ ਨੇ ਚਲੋ ਆ ਠੀਕ ਆ ਕਿਉਂਕਿ ਐਵੇਂ ਦੀ ਪਿਕਚਰ ਸਾਨੂੰ ਇੱਥੇ ਵੀ ਮਿਲੀ, ਪਰ ਕੁਛ ਜ਼ਿਆਦਾ ਨਹੀਂ। ਫਿਰ ਵੇਖੋ ਇਹਨਾਂ ਨੇ ਆਹ ਦੇਖੋ, ਧਰਤੀ ਹਵਾ ਦਾ ਗਿਲਾਫ ਨਾਲ ਘਿਰੀ ਹੋਈ ਹੈ। ਇਸ ਹਵਾ ਗਿਲਾਫ ਦਾ ਨਾਂ ਵਾਯੂਮੰਡਲ ਹੈ। ਸੂਰਜ ਪਰਿਵਾਰ ਦੇ ਹੋਰ ਗ੍ਰਹਿ ਕੇਵਲ ਬੁੱਧ ਗ੍ਰਹਿ ਤੇ ਉਪਗ੍ਰਹਿ ਨੂੰ ਛੱਡ ਕੇ ਦੇ ਆਲੇ ਦੁਆਲੇ ਵਾਯੂਮੰਡਲ ਹਨ। ਭਾਵੇਂ ਧਰਤੀ ਦੇ ਦੁਆਲੇ ਇਹ ਹਵਾ ਦਾ ਗਿਲਾਫ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ 32 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੀ ਹੈ। ਧਰਤੀ ਦੀ ਸਤ੍ਹਾ ਉੱਤੇ ਇਹ ਹਵਾ ਦਾ ਗਿਲਾਫ ਜ਼ਮੀਨ ਦੇ ਪਾਣੀ ਨਾਲ ਮਿਲ ਕੇ ਜੀਵ ਜਗਤ ਤੇ ਪੇੜ ਪੌਦਿਆਂ ਦੀ ਉਤਪਤੀ ਅਤੇ ਪਾਲਣ ਪੋਸ਼ਣ ਦਾ ਕਾਰਜ ਕਰਦਾ ਹੈ। ਯਾਰ ਮੈਂ ਕੀ ਦੱਸਾਂ, ਮਤਲਬ ਮੈਂ ਕਹਿਣ ਦਾ ਮੇਰੇ ਦਾ ਭਾਵ ਆ ਵੀ ਆਹ ਜਾਣਕਾਰੀ ਆਪਣੇ ਲਈ ਠੀਕ ਆ, ਪਰ ਕੀ ਆਪਣੇ ਪੰਜਾਬ ਦੇ 7ਵੀਂ ਕਲਾਸ ਦੇ ਬੱਚਿਆਂ ਵਾਸਤੇ ਇਹ ਚੀਜ਼ ਬੋਝ ਨਹੀਂ ਆ? ਤੁਸੀਂ ਫਰਕ ਦੇਖੋ ਵੀ ਕਿੰਨਾ ਜ਼ਿਆਦਾ ਫਰਕ ਆ। ਬੱਚੇ ਨੇ ਕਿੰਨੇ ਸੌਖੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਸਮਝ ਲਈਆਂ, ਤੇ ਇਹ ਸਾਰਾ ਪ੍ਰਤੀਸ਼ਤ ਦੇਈ ਜਾਂਦੇ, ਆ ਇੰਨਾ ਵਾ, ਆ ਇੰਨਾ ਵਾ। ਠੀਕ ਹੈ, ਬੱਚੇ ਲਈ ਸਾਰਾ ਸਟਾਰਟਿੰਗ 'ਚ ਪਹਿਲੇ ਚੈਪਟਰ ਤੋਂ ਹੀ ਬੱਚਾ, ਮੰਨ ਲਓ ਬੱਚੇ ਨੇ 7ਵੀਂ ਕਲਾਸ ਦੇ ਵਿੱਚ ਦਾਖਲਾ ਲਿਆ, ਉਹ ਕਲਾਸ ਦੇ ਵਿੱਚ ਗਿਆ ਤੇ ਟੀਚਰ ਕਲਾਸ 'ਚ ਗਿਆ, ਟੀਚਰ ਨੇ ਆਪਣਾ ਜਿਓਗ੍ਰਾਫੀ ਦਾ ਪਹਿਲਾ ਪਾਠ ਜਿਹੜਾ ਵਾ ਭੂਗੋਲ ਦਾ ਪੜ੍ਹਾਤਾ, ਤੇ ਬੱਚੇ ਨੂੰ ਬੋਝ ਨਾ ਲੱਗੂ ਪਹਿਲੇ ਦਿਨ ਹੀ। ਖੁਦ ਸੋਚੋ ਤੁਸੀਂ, ਹਨਾ। ਬਾਕੀ ਮੈਂ ਕਿਤੇ, ਚਲੋ ਜੇ ਮੈਂ ਵੀ ਕਿਤੇ ਗਲਤ ਹੋਈ ਜ਼ਰੂਰ ਕਮੈਂਟ ਕਰਕੇ ਦੱਸਿਓ, ਮੈਂ ਐਕਸੈਪਟ ਕਰੂੰਗੀ, ਪਰ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਂ ਨਹੀਂ ਤੁਸੀਂ ਇਹ ਵੀ ਦੱਸਿਓ। ਫਿਰ ਮੈਂ ਆਪਾਂ ਗੱਲ ਕਰਦੇ ਹਾਂ ਐਕਸਰਸਾਈਜ਼ ਦੀ। ਠੀਕ ਹੈ, ਫਿਰ ਵੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰਸ਼ਨ ਦਿੱਤੇ ਆ, ਫਿਰ ਇਹਨਾਂ ਨੇ ਟਰੂ ਫਾਲਸ ਦਿੱਤੇ ਆ MCQ। ठीक है, इनमें से कौन सा प्राकृतिक
पर्यातंत्र नहीं है, मरुस्थल भी है, वन भी है, पर ताल नहीं है। ठीक है, इनमें से कौन सा मानवीय पर्यावरण का घटक नहीं है? मानव दा स्थल धर्म समुदाय। ठीक है, स्थल नहीं आ। ठीक है, स्थल जिहड़ा वा धरातल आ जिहड़ा वो मनुख ने थोड़ी बनाया, कुदरत ने बनाया। इनमें से कौन सा मानव निर्मित पर्यावरण है? पहाड़, समुद्र, सड़क। सड़क है, ठीक है, सड़क किन्ने बनाई है? मनुख ने बनाई है। ठीक है, इनमें से कौन सा पर्यावरण के लिए खतरा है? जनसंख्या में वृद्धि, जनसंख्या का ਵਧਣਾ ਜਿਹੜਾ ਵਾ ਉਹ ਖਤਰਾ ਹੋ ਸਕਦਾ ਵਾ। ठीक है, देखो MCQ दिते आ, फिर इन्होंने मैचिंग दिते आ, फिर इन्होंने क्या वा कारण बताइए मानव अपने पर्यावरण में परिवर्तन करता है। कारण दसना की कारण है, सानू कारण ते तथ्य क्वेश्चन आउंदे आ ना पेपर दे विच। पौधे एवं जीव जंतु एक दूसरे पर आकर्षित हैं। ठीक है, सारे कारण दसने आ ते सोहनी एक्सरसाइज तैयार की है। ते साडी एक्सरसाइज वेखो, साडी इन्होंने किन्ने, इन्होंने सिर्फ 4 क्वेश्चन देते 1 ਤੋਂ 15 शब्दों ਦੇ ਵਿੱਚ ਲਿਖਣ ਲਈ, ਤੇ ਫਿਰ ਇਹਨਾਂ ਨੇ ਖਾਲੀ ਥਾਵਾਂ ਦੇਤੀਆਂ। ਚੱਲ ਬਈ ਐਕਸਰਸਾਈਜ਼ ਹੋ ਗਈ। ਹੋਰ ਕੀ ਹੈਗਾ ਇਹਦੇ ਵਿੱਚ? ਦੇਖੋ ਹੈਗਾ ਕੁਝ ਹੋਰ? ਤੇ ਪਿਕਚਰ ਕਿੰਨੀਆਂ ਪਿਕਚਰ ਆ? ਸਿਰਫ 2 ਪਿਕਚਰ ਦਿੱਤੀਆਂ ਇਹਨਾਂ ਨੇ ਪੂਰੀ ਬੁੱਕ ਦੇ ਕਿ ਪੂਰੇ ਚੈਪਟਰ ਦੇ ਵਿੱਚ ਕਿੰਨੀਆਂ ਫੋਟੋਆਂ ਦਿੱਤੀਆਂ? ਸਿਰਫ 2 ਫੋਟੋਆਂ ਦਿੱਤੀਆਂ। ਤੇ ਇੱਥੇ ਤੁਸੀਂ ਵੇਖੋ, ਮੈਂ ਤੁਹਾਨੂੰ ਇੱਥੇ ਦਿਖਾਉਣੀ ਕਿੰਨੀਆਂ ਫੋਟੋਆਂ ਦਿੱਤੀਆਂ। 1 2 ਠੀਕ ਹੈ, ਕਿੰਨੀਆਂ ਪਿਕਚਰਾਂ किन्नी गिनती करके मैं तुहानू दसां? तुसी खुद सोचो भी साडा पंजाब दा एजुकेशन सिस्टम किधर नू चल गया। ये हुण दी गल नहीं है, पहलां दी गल आ। ये किहड़ियां अज छप के आईयां भी ये नहीं भी हुण आपां भगवंत मान नू दोष देण लग जाइए। शुरू तो ही पंजाब दा एजुकेशन सिस्टम इन्हां ने नहीं सुधारिया किसी ने भी। किन्नियां पिक्चर आ, मैं गिनती कर ही लैनी है। 1 2 ठीक है, 3 4 5 6 7 8 9 10 11 12 13 14 15 16 17 18 19 20 ठीक है, 20 21 20 चलो 20 21 तुसीं मान के चलो भी 20 21 ਤਾਂ ਇਹਨਾਂ ਨੇ ਬੁੱਕ ਦੇ ਵਿੱਚ ਪਿਕਚਰਾਂ ਹੀ ਦੇਤੀਆਂ, ਫੋਟੋਆਂ ਹੀ ਦੇਤੀਆਂ। ਤੇ ਕਿੰਨੀ ਕਲੈਰੀਫਿਕੇਸ਼ਨ ਕਰਨੀਆਂ ਇਹ ਪਿਕਚਰਾਂ। ਮੰਨ ਲਓ ਇੱਕ ਸਾਈਡ ਤੇ NCERT ਪੜ੍ਹਨ ਵਾਲਾ ਬੱਚਾ 7ਵੀਂ ਕਲਾਸ ਦਾ ਬੈਠਾ, ਹਿੰਦੀ ਮੀਡੀਅਮ ਵਾਲਾ, ਤੇ ਇੱਕ ਸਾਈਡ ਆਪਣੇ ਪੰਜਾਬ ਵਾਲਾ ਬੈਠਾ। ਹੁਣ ਕਿਹੜਾ ਬੱਚਾ ਇੰਟਰਸਟ ਦੇ ਨਾਲ ਪੜੂਗਾ? ਜਿਹਦੇ ਕੋਲ ਆਹ ਬੁੱਕ ਹੋਊਗੀ ਉਹ ਪੜੂਗਾ ਵਧੀਆ ਰੁਚੀ ਦੇ ਨਾਲ, ਕਿ ਆਹ ਬੱਚਾ ਪੜੂਗਾ? ਕਮੈਂਟ ਕਰਕੇ ਦੱਸਿਓ ਮੈਨੂੰ। ਠੀਕ ਹੈ, ਤੇ ਇਸ ਚੈਪਟਰ ਦੇ ਜਿਹੜੇ MCQ NCERT ਦੇ ਅਕੋਰਡਿੰਗ ਹੀ ਆਪਾਂ ਕਰਨੇ ਆ। ਠੀਕ ਹੈ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਈਵਨਿੰਗ ਤੱਕ ਜਿਹੜੇ ਮੈਂ ਟੈਲੀਗ੍ਰਾਮ ਤੇ ਭੇਜ ਦੇਣੇ ਆ। ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ, ਜਲਦੀ ਤੋਂ ਜਲਦੀ ਟੈਲੀਗ੍ਰਾਮ ਜਿਹੜਾ ਵਾ ਤੁਸੀਂ ਜੁਆਇਨ ਕਰ ਲਵੋ। ਤੇ ਮਿਲਦੇ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ। ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤੈਨੂੰ ਕਲਾਸ ਕਿਵੇਂ ਲੱਗੀ। ਠੀਕ ਆ।